ਅੱਛਾ ਡਾਕਟਰ ਸਾਹਿਬ, ਲੋਕ ਇਨਬਾਕਸ ਵਿੱਚ ਬਹੁਤ ਜ਼ਿਆਦਾ ਮੈਸੇਜ ਕਰ ਰਹੇ ਨੇ ਕਿ ਅੰਮਾ ਜੀ ਦੀ ਤਬੀਅਤ ਦੇ ਬਾਰੇ ਪੁੱਛ ਰਹੇ ਨੇ। ਉਸ ਤੋਂ ਬਾਅਦ ਉਹ ਪੁੱਛ ਰਹੇ ਨੇ ਕਿ 40 ਦਿਨ ਹੋ ਗਏ ਨੇ, ਅੰਮਾ ਦਾ ਬੁਖਾਰ ਕੈਸਾ ਹੈ ਤੇ ਇਹਨਾਂ ਨੂੰ ਚੜ੍ਹਦਾ ਕਿਉਂ ਹੈ। ਉਸ ਤੋਂ ਬਾਅਦ ਜਿਹੜਾ ਅਕੜਾਓ, ਕੁਝ ਮਰੀਜ਼ ਜਿਨ੍ਹਾਂ ਨੇ ਆਪਰੇਟ ਕਰਵਾ ਲਿਆ ਵੇ ਉਹਨਾਂ ਦੇ ਨਾਲ ਪੇਟ ਤੇ ਅਕੜਾਓ ਹੋ ਜਾਂਦਾ ਹੈ। ਉਹ ਪੁੱਛ ਰਹੇ ਨੇ ਕਿਉਂ, ਕੀ ਵਜ੍ਹਾ ਹੈ, ਕੀ ਮਸਲਾ ਹੋ ਰਿਹਾ। ਜੀ अस्सलाम वालेकुम। एक्चुअली ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਡਿਸਕਸ ਕਰਨਾ ਚਾਹੁੰਦੇ ਹਾਂ, ਜਿਹੜੇ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ। ਉਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਇਹ ਵੇ ਕਿ ਜਦੋਂ ਕਿਸੇ ਜਗ੍ਹਾ ਤੇ ਅਸੀਂ ਕੱਟ ਲਗਾ ਕੇ ਤੇ ਉਹਦੇ ਤੇ ਟਾਂਕੇ ਲਗਾਉਂਦੇ ਹਾਂ ਤੇ ਹੀਲਿੰਗ ਦਾ ਇੱਕ ਨਾਰਮਲ ਪ੍ਰੋਸੈਸ ਹੈ। ਉਹਦੇ ਵਿੱਚ ਤੁਸੀਂ ਦੇਖਿਆ ਕਿ ਜਦੋਂ ਸਕਿਨ ਨੂੰ ਅਸੀਂ ਸਕਿਨ ਨਾਲ ਟਾਂਕੇ ਲਗਾਉਂਦੇ ਹਾਂ ਤੇ ਉਹਦੇ ਵਿੱਚ ਉੱਤੇ ਕ੍ਰਿੰਡ ਬਣਦਾ ਜਾਂ ਸਕਾਰ ਬਣਦਾ, ਜਿਹਨੂੰ ਅਸੀਂ ਕਹਿੰਦੇ ਹਾਂ। ਜਿਹੜੀ ਉੱਤੇ ਸਕਿਨ ਜਿਲਦ ਦਾ ਸਕਾਰ ਹੈ ਉਹ ਤੇ ਇੱਕ ਲਾਈਨ ਦੀ ਤਰ੍ਹਾਂ ਹੈ। ਇਸ ਤਰ੍ਹਾਂ ਜਦੋਂ ਅੰਦਰੋਂ ਜਿੱਥੇ ਚਰਬੀ ਕੱਢੀ ਹੁੰਦੀ ਹੈ, ਜਿੱਥੋਂ ਅਸੀਂ ਸਕਿਨ ਨੂੰ ਕੱਟਿਆ ਹੁੰਦਾ ਹੈ ਅੰਦਰਲੇ ਪਾਸਿਓਂ, ਉੱਥੇ ਵੀ ਚੁੱਕੇ ਕ੍ਰਿੰਡ ਬਣਦਾ ਹੈ। ਉਹ ਕ੍ਰਿੰਡ ਸ਼ੁਰੂ ਦੇ ਵਿੱਚ ਬਿਲਕੁਲ ਟਾਈਟ ਹੁੰਦਾ ਹੈ, ਸਖਤ ਹੁੰਦਾ ਹੈ, ਔਰ ਫਿਰ ਆਹਿਸਤਾ ਆਹਿਸਤਾ ਬਿਲਕੁਲ ਉਹ ਨਾਰਮਲ ਕੁਝ ਟਾਈਮ ਲੱਗਦਾ। ਮੇਰਾ ਅੱਗੇ ਨਾਲੋਂ ਬਿਹਤਰ ਹੋ ਗਿਆ। ਜੀ ਬਿਹਤਰ ਹੋਇਆ ਅੱਗੇ ਨਾਲੋਂ। ਜੀ ਬਿਲਕੁਲ ਕਾਫੀ ਫਰਕ ਪੈ ਗਿਆ। ਐਗਜ਼ੈਕਟਲੀ। ਉਹ ਫਿਰ ਚੁੱਕੇ ਕੁਝ ਦੇਰ ਟਾਈਟ ਰਹਿੰਦਾ ਹੈ ਤੇ ਉਹ ਜਿਹੜਾ ਕ੍ਰਿੰਡ ਹੈ ਫਿਰ ਹੌਲੀ ਹੌਲੀ, ਜਿਸ ਨੂੰ ਤੁਸੀਂ ਦੇਖਿਆ ਕੋਈ ਜਿੱਥੇ ਕੋਈ ਸੱਟ ਵੀ ਲੱਗ ਜਾਏ ਤੇ ਕ੍ਰਿੰਡ ਬਣੇ ਤੋਂ ਪਹਿਲੇ ਸਖਤ ਹੁੰਦਾ, ਫਿਰ ਆਹਿਸਤਾ ਨਰਮ ਹੋ ਜਾਂਦਾ ਹੈ। ਤੇ ਉਹਦੇ ਵਿੱਚ ਕੋਈ 1.5 ਤੋਂ 2 ਮਹੀਨੇ ਲੱਗ ਜਾਂਦੇ ਨੇ। ਠੀਕ ਤੇ ਉਹ ਡਾਕਟਰ ਸਾਹਿਬ 1.5-2 ਮਹੀਨੇ ਲੱਗ ਜਾਂਦੇ ਨੇ, ਇਤਨੀ ਜਲਦੀ ਨਹੀਂ ਮਤਲਬ। ਐਗਜ਼ੈਕਟਲੀ ਹਾਂ ਠੀਕ ਉਸ ਹੋ ਤੋਂ ਗਿਆ। ਪਹਿਲਾਂ ਤੁਸੀਂ ਦੇਖਿਆ ਸੋਜ ਵੀ ਬਹੁਤ ਕਮ ਹੋ ਗਈ ਹੈ। ਸੋਜ ਆਹਿਸਤਾ ਬਿਲਕੁਲ ਜਿਸ ਤਰ੍ਹਾਂ ਹੁਣ ਖਤਮ ਹੋ ਗਈ ਹੈ। ਹਾਂ। ਔਰ ਇਸ ਤਰ੍ਹਾਂ ਹੀ ਜਿਹੜਾ ਸਾਡਾ ਉਸ ਕ੍ਰਿੰਡ ਦੇ ਜਾਂ ਸਕਾਰ ਦੇ ਮਾਮਲਾਤ ਹੁੰਦੇ ਨੇ, ਉਹ ਵੀ ਚੁੱਕੇ ਟਾਈਮ ਦੇ ਨਾਲ ਉਹ ਜਿਹੜਾ ਪਾਣੀ ਵੈਸੇ ਠੀਕ ਹੁੰਦੇ ਨੇ। ਫਿਰ ਉਹਦੇ ਵਿੱਚ ਅੰਦਰ ਥੋੜਾ ਫਲੂਇਡ ਜਿਹੜਾ ਫੈਟ ਦੇ ਵਿੱਚੋਂ ਤਾਂ ਜਾਂ ਉਹ ਖਤਰੇ ਵਾਲੀ ਅਲਾਮਤ ਨਹੀਂ। ਉਹ ਕੋਈ ਡਰ ਨਹੀਂ ਹੁੰਦਾ, ਬਿਲਕੁਲ ਕੋਈ ਡਰ, ਕਿਉਂਕਿ ਇਹ ਰੇਸ਼ਾ ਨਹੀਂ ਹੁੰਦਾ। ਠੀਕ ਇਹ ਤੇ ਆਪਣੇ ਸਾਡੀ ਬੋਡੀ ਦੇ ਵਿੱਚੋਂ ਫਲੂਇਡ ਇਹਨੂੰ ਅਸੀਂ ਸੀਰਮ ਕਹਿੰਦੇ ਆ। ਠੀਕ ਹੈ। ਉਹ ਸਮ ਟਾਈਮ ਥੋੜਾ ਵਿੱਚੋਂ ਕਿਸੇ ਸਟਿਚ ਤੋਂ ਨਿਕਲ ਆਉਂਦਾ ਹੈ ਜਾਂ ਕਿਸੇ ਜਗ੍ਹਾ ਤੋਂ, ਤੇ ਉਹ ਨਾਰਮਲ ਹੁੰਦਾ, ਇਹਦੀ ਕੋਈ ਡਰ ਨਹੀਂ ਹੁੰਦਾ। ਔਰ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਇਹ ਟਾਈਮ ਦੇ ਨਾਲ ਤੁਸੀਂ ਦੇਖੋ ਨਾ ਕਿ ਹਰ ਦਿਨ ਜਿਸਾਂ ਨਹੀਂ ਕਾਫੀ ਦਿਨ ਫਰਕ ਪੈਂਦਾ। ਬੁਖਾਰ ਬਾਕੀ ਹੋਇਆ ਹੈ। ਅਮੀ ਜਾਨ ਤੁਹਾਡੀ ਤਬੀਅਤ 'ਚ ਫਰਕ ਹੈ ਵੈਸੇ? ਬੇਟਾ ਮੈਂ ਫਸਟ ਕਲਾਸ, ਅੱਲਾ ਦਾ ਸ਼ੁਕਰ ਹੈ। ਮੈਂ ਸਭ ਤੋਂ ਪਹਿਲਾਂ ਅੱਲਾ ਦਾ ਸ਼ੁਕਰ ਅਦਾ ਕਰਨੀ, ਫਿਰ ਡਾਕਟਰ ਸਾਹਿਬ ਦਾ ਸ਼ੁਕਰੀਆ ਜਿਨ੍ਹਾਂ ਨੇ ਰਾਹ ਰਾਸਤੇ ਪਾਇਆ ਹੈ ਔਰ ਜ਼ਿੰਦਗੀ ਮੇਰੀ ਆਸਾਨ ਕਰ ਦਿੱਤੀ ਹੈ। ਮੈਂ ਕਾਫੀ ਠੀਕ ਹੈ। ਵੇਖੋ ਮੁਸ਼ਕਲ ਤੋਂ ਬਾਅਦ ਆਸਾਨੀ ਵੀ ਹੁੰਦੀ ਹੈ। ਦਰਦ ਹੋਈ ਹੈ, ਪੇਟ ਕੱਟਿਆ ਗਿਆ, ਮਹੀਨੇ 2 ਲੱਗੇ ਨੇ, ਤੇ ਬੜਾ ਫਰਕ ਬੜਾ ਪਿਆ ਜੀ। ਇਨਸ਼ਾਅੱਲਾ ਮਜ਼ੀਦ ਜਿਹੜਾ ਰਹਿ ਗਿਆ ਡਾਕਟਰ ਹੋਰਾਂ ਦਾ ਵਾਅਦਾ ਹੈ, ਉਹਨੇ ਨੇ ਅੱਲਾ ਸਹੀ ਕਰੇਗਾ ਤੇ ਮੈਂ ਤੁਹਾਡੇ ਨਾਲ ਜੀ। ਇਹ ਚੁੱਕੀ ਸੋਚ ਅਜੇ ਹੋਰ ਲੈਣੀ ਹੈ ਜੇ ਤੇ ਪੇਟ ਹੋਰ ਅੰਦਰ ਜਾਣਾ ਹੈ। ਹਾਂ ਠੀਕ ਹੈ ਨਾ ਜੀ। ਔਰ ਮੈਂ ਇਹਦੇ ਵਾਸਤੇ ਐਡਵਾਈਸ ਕਰਦਾ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਜ਼ੈਤੂਨ ਦਾ ਤੇਲ ਲੈ ਕੇ ਮਾਲਿਸ਼ ਕਰਨੀ ਉੱਤੇ, ਤੇ ਉਹ ਚੰਗੀ ਤਰ੍ਹਾਂ ਤਾਂ ਕਿ ਉਹਦੇ ਵਿੱਚ ਜਿਲਦ ਸਾਡੀ ਨਰਮ ਹੋ ਜਾਏ ਔਰ ਉਹ ਜਿਹੜਾ ਅਕੜਾਓ ਜਾਂ ਥੋੜੀ ਜਿਹੀ ਫੀਲਿੰਗ ਹੈ ਉਹ ਠੀਕ ਹੋ ਜਾਏ। ਤੇ ਜਦੋਂ ਜਿਸਮ ਨੂੰ ਅਸੀਂ ਕੋਈ ਹਿੱਸਾ ਕੱਟ ਕੇ ਲਾਉਂਦੇ ਹਾਂ, ਜਿਸਮ ਕਮਜ਼ੋਰੀ ਮਹਿਸੂਸ ਕਰਦਾ ਹੈ, ਇਹ ਬੁਖਾਰ ਜਾਂ ਥਕਨ ਇਹ ਸਾਰਾ ਜ਼ਾਹਿਰ ਹੈ ਕੁਝ ਦੇਰ ਜਿਸਮ ਇਸ ਪਾਰਟ ਦਾ। ਡਾਕਟਰ ਸਾਹਿਬ ਇੱਕ ਕੱਟ ਪਾਲਕ ਸਬਜ਼ੀ ਕੱਟ ਦੇ ਟੱਕ ਆ ਦੇ ਤੇ ਉਹ ਵੀ 5-4 ਦਿਨ ਨਾ ਰੋਟੀ ਪਕਾਈਏ ਤੇ ਹੱਥ ਨਹੀਂ ਪੜਦਾ। ਤੇ ਇਹ ਤੇ ਫਿਰ ਤੁਸੀਂ ਆਪਣੀ ਮਰਜ਼ੀ ਦਾ ਟੱਕ ਲਾਇਆ। ਜੀ ਇਸੇ ਗੱਲ ਹੈ ਜੀ। ਉਹ ਚੁੱਕੇ ਇਹ ਥੋੜੀ ਜਿਸਮ ਦੇ ਵਿੱਚ ਹਰਾਰਤ, ਚੁੱਕੇ ਬਾਡੀ ਦਾ ਮੈਟਾਬੋਲਿਜ਼ਮ ਤੇਜ਼ ਹੋ ਜਾਂਦਾ ਹੈ। ਫਿਰ ਇਹਦੇ ਵਿੱਚ ਇੱਕ ਹੋਰ ਮਜ਼ੇ ਦੀ ਤੁਹਾਨੂੰ ਗੱਲ ਦੱਸਾਂ, ਤੁਸੀਂ ਆਪੇ ਵੀ ਫੀਲ ਕੀਤਾ ਹੋਵੇਗਾ ਕਿ ਜਦੋਂ ਅਸੀਂ ਕਿਸੇ ਇੱਕ ਹਿੱਸੇ ਤੋਂ ਜਿਸ ਤਰ੍ਹਾਂ ਪੇਟ ਤੋਂ ਚਰਬੀ ਕੱਟ ਕੇ ਕਰ ਦਿੱਤੀ ਤੇ ਜਿਹੜਾ ਜਿਸਮ ਦਾ ਬਾਕੀ ਹਿੱਸਾ ਜਿਸ ਤਰ੍ਹਾਂ ਬਾਜ਼ੂ ਨੇ, ਲੱਤਾਂ ਨੇ, ਉਹਨਾਂ ਤੋਂ ਵੀ ਚਰਬੀ ਆਪਣੇ ਆਪ ਥੋੜੀ ਘਟਣੀ ਸ਼ੁਰੂ ਹੋ ਜਾਂਦੀ ਹੈ, ਨਰਮ ਹੋਣੀ ਸ਼ੁਰੂ ਹੋ ਜਾਂਦੀ ਹੈ। ਨਰਮ ਮੇਰੀ ਖੁਦ ਦੀ ਲੱਤਾਂ ਨਰਮ ਹੋ ਗਈ, ਬਹੁਤ ਟਾਈਟ ਸੀ। ਬੋਡੀ ਚੁੱਕੇ ਆਪਣਾ ਮੈਟਾਬੋਲਿਜ਼ਮ ਇਸ ਤਰ੍ਹਾਂ ਤੇਜ਼ ਕਰ ਲੈਂਦੀ ਹੈ, ਫਿਰ ਦੂਸਰਾ ਚੱਲਣਾ ਫਿਰਨਾ ਵੀ ਤੇਜ਼ ਹੋ ਜਾਂਦਾ ਹੈ ਨਾ। ਪਹਿਲੇ ਜਿਸ ਤਰ੍ਹਾਂ ਸੀ ਉਸ ਤਰ੍ਹਾਂ ਹੁਣ ਤੁਹਾਡਾ ਚੱਲਣਾ ਫਿਰਨਾ ਨਹੀਂ, ਹੁਣ ਤੇਜ਼ੀ ਨਾਲ ਹੁੰਦਾ ਹਾਂਜੀ। ਤੇ ਉਹਦੇ ਨਾਲ ਫਿਰ ਜਿਸਮ ਆਪਣੇ ਆਪ ਨੂੰ ਹੀਲਿੰਗ ਦੀ ਤਰਫ ਲੈ ਜਾਂਦਾ ਹੈ। ਤੇ ਇਹ ਜਿਹੜੀ ਬੋਡੀ ਦੀ ਫੈਟ ਹੈ ਉਹ ਰੀਡਿਸਟ੍ਰੀਬਿਊਟ ਨੂੰ ਅਸੀਂ ਕਹਿੰਦੇ ਹਾਂ, ਰੀਡਿਸਟ੍ਰੀਬਿਊਟ ਹੁੰਦੀ ਹੈ, ਬਾਕੀ ਜਗ੍ਹਾ ਤੋਂ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ। इंशाल्लाह अल्लाह खैर करे ते अल्लाह पाक तंदुरुस्ती देवे ते कोई मेरे पुत्रों दी फिक्र ना करो। अल्लाह वसीला उदे ही बनादा है जदों कोई राह रास्ता नजर आवे ते अल्लाह पाक दा शुक्र है। चारे बने ना को वधी घटी होवे ते वखरी गल है, लेकिन उंज ये वे के बड़े अल्लाह ताला ने सियाने डॉक्टर बनाए ने। मैं हुण सोचिया कि बाकी डॉक्टर ना होवे ते बंदा कोई ओदी जिंदगी कोई नहीं होंदी। ਇਹ ਜੋ ਕਿ ਬੜਾ ਸੇਫ ਪ੍ਰੋਸੀਜਰ ਹੈ, ਇਹਦੇ ਵਿੱਚ ਕੋਈ ਡਰ ਨਹੀਂ ਹੈ, ਕੋਈ ਅਲਹਮਦੁਲਿਲਾ ਸਾਰੀ ਚੀਜ਼ਾਂ ਠੀਕ ਰਹਿੰਦੀਆਂ ਨੇ। ਔਰ ਇਹ ਫਿਰ ਚੁੱਕੇ ਅਗਲਾ ਮੈਕਸਿਮਮ ਹਫਤੇ 10 ਦਿਨ ਦੇ ਵਿੱਚ ਬਾਕੀ ਚੀਜ਼ਾਂ ਵੀ ਇਨਸ਼ਾਅੱਲਾ ਰਿਕਵਰ ਹੋ ਜਾਏਗਾ ਤੇ ਤੁਸੀਂ ਹਰ ਚੀਜ਼ ਨਾਰਮਲ अल्लाह खैर करेगा, जी, अल्लाह ठीक। खैर करेगा। बहुता भरा ते कोदी खैर अल्लाह पाक सब दे अपनी रहमत करे, किसी पीछे साड़ी ते ਹਾਂਜੀ ਹਾਂਜੀ ਉਹ ਚੀਜ਼ ਪਾਕਿਸਤਾਨ ਆ ਗਏ ਨੇ।
बस करो कमा ਇਹ ਨਹੀਂ ਜੇ ਮਰਦੇ ਟੇਗੇ ਟੇਗੇ ਕਰੀ ਆਉਂਦੇ ਨੇ ਆ ਬਸ ਕਰੋ ਉੱਠ ਪੋ ਇਹ ਟੇਗੇ ਸੋਤਰੀਕਾ ਚ ਇੱਥੇ ਆ ਗਏ ਨੇ ਇਹਨਾਂ ਤੇ ਗੱਲ ਹੀ ਨਹੀਂ ਸੁਣੀ ਨਾ ਆਪਣੇ ਮੇਰੀ ਕੁੜੀ ਦੀ ਗੱਲ ਹੀ ਨਹੀਂ ਸੁਣੀ ਵੇ ਮਮਦਾ ਮਦਰ ਤੇਰੇ ਵੇਖ ਮੈਂ ਪੁਰਾਣੀ ਮਿਸਾਲ ਦੇ ਸਾਥੀ ਦੀ ਦਾਦੋ ਆਂਦੇ ਦੇ ਸਨ ਉਹਨਾਂ ਨੇ ਬੇ ਤੇਰੇ ਦਾਦਾ ਆਪੂ ਨੇ ਲਿਆਉਣੇ ਕਰਨੇ ਨਾ ਗਾਲਾਂ ਚੋਂ ਗੱਲ ਨਿਕਲ ਆਈਏ ਉਹਨਾਂ ਲਿਆਉਣੇ ਕਰਨੇ ਨਾ ਤੇ ਪਹਿਲੂ ਬਾਗ ਤਾਗ ਤੁਸੀਂ ਚੰਗੇ 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 ਚੁੱਕ ਕੇ ਖਾ ਲੈਣੇ ਕਰਨੇ ਤੇ ਤੁਹਾਡੀ ਦਾਦੀ ਵੀ ਤੇ ਦਾਦੇ ਨੇ ਕੋਲ ਬਹਿ ਕੇ ਵੇਂਦਿਆ ਰਹਿਣਾ ਉਹਨਾਂ ਆਖਿਆ ਵੇਖੀ ਪਹਿਲੂ ਚੰਗੇ ਖਾ ਲੈ ਨਹੀਂ ਨਾ ਇਹਨਾਂ ਤੇ ਫਿਰ ਮਾੜੇ ਵੀ ਖਾਣੇ ਤੇ ਉਹਨਾਂ ਆਖਿਆ ਕਰਨਾ ਪੁੱਤਰ ਮੈਂ ਭਰਾਓ ਤੁਹਾਨੂੰ ਇੱਕ ਗੱਲ ਸੁਣਾਵਾਂ ਬਾਂਦਰੀ ਸੀ ਕੋਈ ਤੇ ਉਹਨੇ ਥੱਲੇ ਬਾਂਦਰ ਨੂੰ ਆਖਿਆ ਤੂੰ ਬੇਰ ਚੁਗੀ ਤੇ ਮੈਂ ਉੱਤੇ ਚੜ ਕੇ ਨਾ ਤੇ ਝੂਣਾ ਮਾਰਨੀ ਆ ਉਹ ਬਾਂਦਰੀ ਨੇ ਝੂਣਾ ਮਾਰਿਆ ਬੇਰ ਚੁੱਕ ਚੁੱਕ ਕੇ ਬਾਂਦਰ ਥੱਲੇ ਚੁੱਕ ਚੁੱਕ ਕੇ ਖਾਂਦਾ ਰਿਹਾ ਤੇ ਜਿਹੜੇ ਮਾੜੇ ਰਹਿ ਗਏ ਨਾ ਉਹ ਵਿਰਲੇ ਕਾਣੇ ਕੁਣੇ ਜਿਹੜੇ ਰਹਿ ਗਏ ਤੇ ਬਾਂਦਰੀ ਉਹਨਾਂ ਨੂੰ ਤੇ ਸ਼ੀਕ ਆ ਛੜੀ ਸ਼ੀਕ ਆ ਦੇ ਤੇ ਬਾਂਦਰੀ ਨੂੰ ਆਂਦਾ ਆ ਜਾ ਹੁਣ ਖਾ ਲੈ ਜਿਹੜੇ ਖਾਣੇ ਨੇ ਉਹ ਆਂਦਾ ਝਾੜ ਕੇ ਤੇ ਆਂਦਾ ਇਹਦੇ ਤੇ ਵੀ ਨਹੀਂ ਸੀ ਮਸ਼ੀਕ ਕੀਤਾ ਫਿਰ ਉਹਦੇ ਨਾਲ ਲੱਗ ਇਹਦੇ ਤੇ ਵੀ ਨਹੀਂ ਸੀ ਸ਼ੀਕ ਕੀਤਾ ਵੀ ਖਾ ਲੈ ਪਿਆ ਇਹਦੇ ਤੇ ਵੀ ਨਹੀਂ ਸ਼ੀਕ ਕੀਤਾ ਸਾਰੇ ਪਹਿਲਾਂ ਚੰਗੇ ਖਾ ਲਏ ਫਿਰ ਮਾੜੇ ਵੀ ਖਾ ਲਏ ਉਹ ਹਿਸਾਬ ਹੁਣ ਚੰਗੇ ਚੰਗੇ ਮੁੱਕ ਗਏ ਨੇ ਤੇ ਮਾੜੇ ਮਾੜੇ ਰਹਿ ਗਏ ਚਲੋ ਉਠੋ ਤਾਂ ਫਿਰ ਚਲੀਏ ਹਸਪੀਟਲ ਹੈ ਉਹ ਤਾਂ ਫਿਰ ਮੈਨੂੰ ਲੈ ਕੇ ਦੇਣੇ ਨਹੀਂ ਖੁੱਲੇ ਲੈ ਦਾਂਗੇ ਮੈਂ ਜਾਣਾ ਉਹਨਾਂ ਖੁੱਥੇ ਹੋਣੇ ਨੇ ਤੇ ਉਥੋਂ 2-3 ਕਿਲੋ ਲੈ ਕੇ ਦੇਣੇ ਨਹੀਂ 2-3 ਕਿਲੋ ਕੀ ਹੁੰਦੇ ਨੇ ਛਾਪਰ ਚ ਪਾ ਲਾਂਗੇ ਨਾ ਜਿਹੜੇ ਵੀ ਆਏ ਨੇ ਖੁਦ ਇਹਨੇ ਕਦੋਂ ਉਠੋ ਤਾਂ ਚਲੀਏ ਅਮੀ ਲੇਟ ਹੋਣ ਡੇ ਉਠੋ ਤਾਂ ਹੈ ਚਲੋ ਤੁਰੋ